ਤੁਸੀਂ ਬਾਣੀ ਆਪ ਪੜ੍ਹਿਆ ਕਰੋ, ਗੁਰਬਾਣੀ ਨੂੰ ਅਰਥਾਂ ਸਮੇਤ ਪੜ੍ਹਿਆ ਕਰੋ। ਆਹ ਗੱਲ ਇੱਕ ਹੋਰ ਨੋਟ ਕਰ ਲਿਆ ਜੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਅਰਥਾਂ ਸਮੇਤ ਪੜ੍ਹਨ ਦਾ ਹੁਕਮ ਕੀਤਾ ਜੀ। ਆਹ ਗੱਲ ਧਿਆਨ ਨਾਲ ਸੁਣਿਆ ਜੇ। ਹੁਣ ਇੱਕ ਗੱਲ ਹੋਰ ਉਦੋਂ ਪਹਿਲਾਂ ਕਹਿ ਦਿਆਂ, ਗੁਰਬਾਣੀ ਵਿੱਚ ਜਾਂ ਇਤਿਹਾਸ ਵਿੱਚ ਕਿਤੇ ਵੀ ਗੁਰੂ ਪਾਤਸ਼ਾਹ ਜੀ ਨੇ ਪਾਠ ਕਰਾਉਣ ਦਾ ਨਾ ਤਾਂ ਕਿਤੇ ਹੁਕਮ ਕੀਤਾ ਤੇ ਨਾ ਪਾਠ ਕਰਾਉਣ ਦਾ ਕਿਤੇ ਫਲ ਲਿਖਿਆ। ਆਹ ਗੱਲ ਧਿਆਨ ਨਾਲ ਸੁਣਿਆ ਜੀ। ਇਹ ਨਾ ਸਮਝਿਆ ਜੇ ਵੀ ਹੁਣ ਵੀ ਮੈਂ ਕਿਤੇ ਵੀ ਪਾਠ ਕਰਾਉਣ ਦੇ ਵਿਰੁੱਧ ਆ, ਨਹੀਂ। ਆਪਾਂ ਪਾਠ ਕਰਾਉਣਾ ਹੈ, ਅਖੰਡ ਪਾਠ ਕਰਾਓ, ਸਹਿਜ ਪਾਠ ਕਰਾਓ, ਪਰ ਕਿਉਂ ਕਰਾਉਣਾ ਇਹ ਸਮਝਿਆ ਜੇ ਅਗਲੇ ਪਾਸੇ। ਕਿ ਕਿਤੇ ਵੀ ਗੁਰੂ ਪਾਤਸ਼ਾਹ ਜੀ ਨੇ ਪਾਠ ਕਰਾਉਣ ਦਾ ਹੁਕਮ ਨਹੀਂ ਕੀਤਾ, ਧਿਆਨ ਦਿਆ ਜੀ, ਨਾ ਕਿਤੇ ਪਾਠ ਕਰਾਉਣ ਦਾ ਫਲ ਲਿਖਿਆ। ਤੁਸੀਂ ਕਹੋਗੇ ਫਿਰ ਕਰਾਉਣਾ ਕਿਉਂ ਆ? ਗੁਰੂ ਪਾਤਸ਼ਾਹ ਜੀ ਨੇ ਬਾਣੀ ਪੜ੍ਹਨ ਦਾ ਹੁਕਮ ਕੀਤਾ ਹੈ, ਬਾਣੀ ਨੂੰ ਵਿਚਾਰਨ ਦਾ ਹੁਕਮ ਕੀਤਾ ਹੈ, ਬਾਣੀ ਨੂੰ ਸੁਣਨ ਦਾ ਹੁਕਮ ਕੀਤਾ ਹੈ, ਤੇ ਬਾਣੀ ਨੂੰ ਸੁਣਨ ਦਾ ਫਲ ਲਿਖਿਆ। ਲਿਖਿਆ ਨਾ ਬਾਣੀ ਵਿੱਚ, ਪਾਤਸ਼ਾਹ ਜੀ ਕਹਿੰਦੇ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਪਾਤਸ਼ਾਹ ਜੀ ਕਹਿੰਦੇ ਕਰੋੜਾਂ ਜੱਗਾਂ ਦਾ ਫਲ। ਇੱਕ ਹਿੰਦੂ ਵੀਰ ਨੇ ਜੱਗ ਕਰਨਾ ਹੋਵੇ, ਧਿਆਨ ਦਿਆ ਜੀ, ਸਿੱਖ ਮੱਤ ਨਹੀਂ, ਗੁਰਮੱਤ ਨਹੀਂ ਮੰਨਦੀ ਕਿਸੇ ਜੱਗ ਦੇ ਫਲ ਨੂੰ। ਪਰ ਜੇ ਕਿਸੇ ਕੋਈ ਜਿਵੇਂ ਉਹਨਾਂ ਦੀ ਜੋ ਹੈਗੀ ਹੈ, ਜੋ ਹਿੰਦੂ ਧਰਮ ਦੇ ਵਿੱਚ ਉਹ ਕੋਈ ਜੱਗ ਕਰਾਉਂਦੇ ਆ, ਇੱਕ ਹਿੰਦੂ ਵੀਰ ਨੇ ਜੱਗ ਕਰਾਉਣਾ ਹੋਵੇ, ਕਿੰਨੇ ਰੁਪਈਏ ਉਹਦੇ ਖਰਚ ਹੋਣਗੇ ਤੇ ਕਿੰਨੀ ਉਹਨੂੰ ਖੇਚਲਾ ਕਰਨੀ ਪਊਗੀ, ਕਿੰਨੀ ਮਿਹਨਤ ਕਰਨੀ ਪਊਗੀ ਇੱਕ ਜੱਗ ਕਰਾਇਆ। ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਤੈਨੂੰ ਜੱਗ ਕਰਾਉਣ ਦੀ ਲੋੜ ਨਹੀਂ, ਇੰਨਾ ਖਰਚਾ ਤੇ ਇੰਨੀ ਖੇਚਲ ਕਰਨ ਦੀ ਲੋੜ ਨਹੀਂ, ਤੂੰ ਗੁਰੂ ਕੀ ਬਾਣੀ ਨੂੰ ਧਿਆਨ ਨਾਲ ਬੈਠ ਕੇ ਸੁਣ ਲਾ, ਤੈਨੂੰ ਕਰੋੜਾਂ ਜੱਗਾਂ ਦਾ ਫਲ ਮਿਲੂਗਾ, ਕਰੋੜਾਂ ਜੱਗਾਂ ਦਾ। ਕਿਹੜੀ ਸੌਖੀ ਆ ਗੁਰਮਤ। ਅਸੀਂ ਤਾਂ ਉਹੀ ਇਹਨੂੰ ਕੰਪਲੀਕੇਟਡ ਬਣਾਤਾ ਵੀ ਪਤਾ ਨਹੀਂ ਕੀ ਹੈ ਗੁਰਮਤ, ਕਿੱਦਾਂ ਦੀ, ਮਤਲਬ ਕਿ ਅਸੀਂ ਉਹ ਬੜਾ ਸੌਖਾ ਹੈ ਗੁਰਮਤ ਮਾਰਗ। ਗੁਰੂ ਦੀ ਬਾਣੀ ਨੂੰ ਪੜ੍ਹੋ, ਅੰਡਰਸਟੈਂਡ ਕਰੋ, ਗੁਰੂ ਸਾਹਿਬ ਤੋਂ ਸਿੱਖਿਆ ਲਓ, ਔਰ ਜੋ ਸਿੱਖਿਆ ਮਿਲਦੀ ਹੈ ਉਹਦੇ ਮੁਤਾਬਕ ਜੀਵਨ ਜਿਉਵੋ। ਸਿੰਪਲ ਰਸਤਾ ਹੈ, ਬੜਾ ਸਿੰਪਲ। ਪਰ ਇਹਨੂੰ ਜਿਹੜਾ ਹੈ ਕੁਝ ਬਾਬਿਆਂ ਨੇ ਆਪਣੇ ਤੋਰੀ ਫੁਲਕੇ ਖਾਤਰ, ਆਪਣੀ ਆਮਦਨ ਖਾਤਰ ਤੁਹਾਨੂੰ ਹਨੇਰੇ 'ਚ ਰੱਖ ਕੇ ਗੁੰਮਰਾਹ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਸੱਚ ਗੁਰਬਾਣੀ ਦਾ ਨਹੀਂ ਦੱਸਿਆ, ਗੁਰਬਾਣੀ ਦਾ ਸੱਚ। ਗੁਰਬਾਣੀ ਕੀ ਕਹਿੰਦੀ ਹੈ ਇਹ ਨਹੀਂ ਸਮਝਾਇਆ, ਕਿੱਦਾਂ ਬਾਣੀ ਤੋਂ ਲਾਹਾ ਪ੍ਰਾਪਤ ਕਰਨਾ ਹੈ, ਕਿੱਦਾਂ ਗੁਰੂ ਦੀ ਬਖਸ਼ਿਸ਼ ਹਾਸਲ ਕਰਨੀ ਹੈ ਇਹ ਨਹੀਂ ਦੱਸਿਆ। ਹਾਂ, ਅਸੀਂ ਕਿੱਦਾਂ ਕਿਰਪਾ ਕਰਦੇ ਹਾਂ ਇਹ ਦੱਸਿਆ। ਬਾਬਾ ਜੀ ਨੂੰ ਜਿੰਨੀ ਵੱਧ ਗੁੱਟੀ ਚੜਾਓਗੇ, ਜਿੰਨੀ ਵੱਧ ਮਾਇਆ ਚੜਾਓਗੇ, ਓਡਾ ਵੱਡਾ ਆਸ਼ੀਰਵਾਦ ਦਊਗਾ ਬਾਬਾ। ਆਹ ਕੁਝ ਹੈ ਸਾਡੇ ਕੋਲ। ਇਸ ਲਈ ਬੇਨਤੀ ਹੈ ਗੁਰਬਾਣੀ ਤੋਂ ਅਸੀਂ ਗਿਆਨ ਲੈਣਾ। ਕਿਤੇ ਪਾਤਸ਼ਾਹ ਜੀ ਕਹਿੰਦੇ ਤੈਨੂੰ ਕੋਈ ਜੱਗ ਕਰਾਉਣ ਦੀ ਲੋੜ ਨਹੀਂ, ਤੂੰ ਕੀ ਕਰਨਾ? ਪਾਤਸ਼ਾਹ ਜੀ ਕਹਿੰਦੇ ਕਈ ਕੋਟਕ ਜੱਗ ਫਲਾ, ਇੱਕ ਅੱਧਾ ਨਹੀਂ ਕਈ ਕਰੋੜਾਂ, ਇਨਫਿਨਿਟੀ, ਬੇਅੰਤਤਾਈ ਵਿੱਚ ਗੱਲ ਕੀਤੀ ਪਾਤਸ਼ਾਹ ਜੀ ਨੇ। ਪਾਤਸ਼ਾਹ ਜੀ ਕਹਿੰਦੇ ਕਰੋੜਾਂ ਜੱਗਾਂ ਦਾ ਫਲ ਮਿਲੂਗਾ ਜੇ ਬਾਣੀ ਸੁਣੇਗਾ। ਆਪਾਂ ਸੁਣਦੇ ਹੀ ਨਹੀਂ। ਜਾਂ ਪਾਤਸ਼ਾਹ ਜੀ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਪਾਤਸ਼ਾਹ ਜੀ ਕਹਿੰਦੇ ਕਰੋੜਾਂ ਪੁੰਨ ਨੇ ਜੇ ਗੁਰੂ ਕੀ ਬਾਣੀ ਸੁਣੇ ਬੈਠ ਕੇ, ਕਰੋੜਾਂ ਪੁੰਨ। ਅਸੀਂ ਇਹ ਪੁੰਨ ਲੈਣ ਵਾਸਤੇ ਤਿਆਰ ਨਹੀਂ। ਅਸੀਂ ਕਹਿੰਦੇ ਬਾਬਾ ਜੀ ਆਪੇ ਹੀ ਪੜ੍ਹ ਦਿਓ, ਆਪੇ ਹੀ ਭੋਗ ਪਾ ਦਿਓ, ਅਰਦਾਸ ਸਾਡੇ ਨਾਲ ਦੀ ਕਰਦਾ ਜੇ, ਹੁਕਮਨਾਮਾ ਸਾਨੂੰ ਭੇਜਦਾ ਜੇ, ਬਸ ਠੀਕ ਹੈ, ਡੈਟਸ ਆਲ। ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਪੜ੍ਹੀ ਸੁਣੀ ਬਾਣੀ ਦਾ ਫਲ ਪਰਿਵਾਰ ਨੂੰ ਬਖਸ਼ਿਆ ਜੇ। ਮਾਫ ਕਰਨਾ, ਗੁਰੂ ਪਾਤਸ਼ਾਹ ਜੀ ਸਾਡੇ ਤੇ ਹੱਸਦੇ ਹੋਣਗੇ, ਕਿੱਡੇ ਕਮਲੇ ਆ ਮੇਰੇ ਸਿੱਖ, ਪੜ੍ਹੀ ਹੈ ਨਹੀਂ ਇਹਨਾਂ ਨੇ, ਸੁਣੀ ਹੈ ਨਹੀਂ, ਤੇ ਅਰਦਾਸਾਂ ਕਰ ਸੱਚੇ ਪਾਤਸ਼ਾਹ ਜੀ ਪੜ੍ਹੀ ਸੁਣੀ ਬਾਣੀ ਦਾ ਫਲ ਪਰਿਵਾਰ ਨੂੰ ਬਖਸ਼ਿਆ ਜੀ। ਪਰਿਵਾਰ ਨੇ ਪੜ੍ਹੀ ਹੈ? ਨਹੀਂ। ਪਰਿਵਾਰ ਨੇ ਸੁਣੀ ਹੈ? ਨਾ, ਸੁਣੀ ਤਾਂ ਹੈ ਹੀ ਨਹੀਂ। ਫਲ ਕਿੱਥੋਂ ਮਿਲ ਜੂਗਾ? ਜਿਹੜੀ ਜੌਬ ਤੁਸੀਂ ਕੀਤੀ ਨਹੀਂ, ਜਿਹੜਾ ਕੰਮ ਤੁਸੀਂ ਕੀਤਾ ਹੀ ਨਹੀਂ, ਉਹਦੀ ਤਨਖਾਹ ਤੁਹਾਨੂੰ ਕਿੱਥੋਂ ਮਿਲ ਜੂਗੀ? ਤੁਸੀਂ ਕਿਸੇ ਆਫਿਸ ਵਿੱਚ ਜਾਓ ਜਿੱਥੇ ਤੁਸੀਂ ਕਦੀ ਕੋਈ ਕੰਮ ਹੀ ਨਹੀਂ ਕੀਤਾ, ਜਾਂ ਜਿਹੜੇ ਤੇ ਤੁਸੀਂ ਜਿੱਥੋਂ ਦੇ ਇੰਪਲਾਈਜ਼ ਹੀ ਨਹੀਂ ਹੈਗੇ, ਉੱਥੇ ਜਾ ਕੇ ਕਹੋ ਜੀ ਮੇਰੀ ਪਿਛਲੇ ਮਹੀਨੇ ਦੀ ਤਨਖਾਹ ਦਿਓ, ਦੇ ਦੂਗਾ ਕੋਈ? ਕਿਹੜੀ ਤਨਖਾਹ? ਕੀਤਾ ਤਾਂ ਕੁਛ ਹੈ ਨਹੀਂ, ਕਾਹਦੀ ਤਨਖਾਹ ਮੰਗਦਾ? ਗੁਰੂ ਪਾਤਸ਼ਾਹ ਕੋਲੋਂ ਮੰਗੀ ਜਾਣਾ, ਸੱਚੇ ਪਾਤਸ਼ਾਹ ਜੀ ਕਿਰਪਾ ਕਰਿਆ ਜੇ, ਪੜ੍ਹੀ ਸੁਣੀ ਬਾਣੀ ਦਾ ਫਲ ਪਰਿਵਾਰ ਨੂੰ ਬਖਸ਼ਿਆ ਜੇ। ਵੀ ਪਰਿਵਾਰ ਨੇ ਪੜ੍ਹੀ ਹੈ? ਨਾ ਜੀ, ਪੜ੍ਹੀ ਤਾਂ ਹੈ ਨਹੀਂ। ਪਰਿਵਾਰ ਨੇ ਸੁਣੀ ਸੀ ਕੋਲੇ ਬੈਠ ਕੇ? ਨਾ ਜੀ, ਸੁਣੀ ਤਾਂ ਹੈ ਨਹੀਂ। ਉਹ ਤਾਂ ਉੱਥੇ ਤਾਂ ਇਦਾਂ ਹੀ ਚੱਲਦਾ ਸੀ ਜੀ, ਪੂਰੇ ਸਤਿਗੁਰ ਕਿਰਪਾ ਕੀਤੀ, ਸ਼ਾਦੀ ਦਾ ਦਿਨ ਆਇਆ, ਸਤਿਗੁਰ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਵਾਇਆ, ਅਖੰਡ ਪਾਠ ਦੇ ਕਮਰੇ ਲਾਗੇ ਟੈਲੀਵਿਜ਼ਨ ਚੱਲੇ, ਸਾਰਾ ਟੱਬਰ ਟੀਵੀ ਅੱਗੇ, ਬਾਬਾ ਜੀ ਨੇ ਇਕੱਲੇ। ਉੱਥੇ ਤਾਂ ਹੈ ਹੀ ਨਹੀਂ ਕੋਈ ਧਿਆਨ ਦਿਆ ਜੇ। ਗੱਲ ਤਾਂ ਗੁਰਬਾਣੀ ਤਾਂ ਸੁਣੀ ਨਹੀਂ ਕਿਸੇ ਨੇ। ਪਾਤਸ਼ਾਹ ਜੀ ਨਾ ਪੜ੍ਹੀ ਆ ਨਾ ਸੁਣੀ ਆ, ਬਸ ਉਹ ਫਲ ਸਾਨੂੰ ਦੇ ਦਿਆ ਜੀ। ਕਮਾਲ ਹੋ ਗਈ। ਏਦਾਂ ਕਿਵੇਂ ਫਲ ਮਿਲ ਜੂ? ਗੁਰੂ ਸਾਹਿਬ ਕਹਿੰਦੇ ਕਰਮੀ ਆਪੋ ਆਪਣੀ। ਤੂੰ ਕਹਿੰਦਾ ਬਾਬਿਆਂ ਦਾ ਕੀਤਾ ਹੋਇਆ ਪਾਠ ਹੀ ਮੈਨੂੰ ਮਿਲ ਜੂ। ਹਾਂ, ਜੇ ਗ੍ਰੰਥੀ ਸਿੰਘ ਜੇ ਪਾਠ ਕਰਵਾਇਆ, ਕੋਲੇ ਬੈਠ ਕੇ ਸੁਣ ਲਓ। ਗ੍ਰੰਥੀ ਸਿੰਘ ਪਾਠ ਕਰਦਾ ਪਿਆ, ਤੁਸੀਂ ਕੋਲੇ ਬੈਠ ਕੇ ਸੁਣ ਲਓ। ਕਈ ਸਵਾਲ ਕਰ ਲੈਂਦੇ ਨਾ। ਇੱਕ ਵੀਰ ਨੇ ਪੁੱਛਿਆ, ਕਹਿੰਦੇ ਜੀ ਇਹ ਅਖੰਡ ਪਾਠ ਦੀ, ਸਹਿਜ ਪਾਠ ਦੀ ਅਸਲ ਵਿੱਚ ਕੀ ਮਰਿਆਦਾ ਹੋਣੀ ਚਾਹੀਦੀ? ਇੱਕ ਵੀਰ ਨੇ ਸਵਾਲ ਕੀਤਾ।
ਉਹ ਕਹਿੰਦੇ ਜੀ ਮੈਂ ਦੇਖਿਆ ਵੀ ਆਪਣੇ ਸਿੱਖ ਪੰਥ ਵਿੱਚ ਜਿੰਨੇ ਬਾਬੇ ਓਨੀਆਂ ਮਰਿਆਦਾਵਾਂ, ਜਿੰਨੀਆਂ ਸੰਪਰਦਾਵਾਂ ਓਨੀਆਂ ਮਰਿਆਦਾਵਾਂ, ਜਿੰਨੇ ਸੰਤ ਓਨੇ ਪੰਥ, ਹਰੇਕ ਦੀ ਆਪਣੀ ਆਪਣੀ ਮਰਿਆਦਾ। ਟਕਸਾਲ ਦੀ ਮਰਿਆਦਾ ਵੱਖਰੀ, ਮਿਸ਼ਨਰੀਆਂ ਦੀ ਮਰਿਆਦਾ ਵੱਖਰੀ, ਉਹ ਨਾਨਕਸਰ ਵਾਲਿਆਂ ਦੀ ਮਰਿਆਦਾ ਵੱਖਰੀ, ਉਹ ਅਖੰਡ ਕੀਰਤਨ ਜਥੇ ਵਾਲਿਆਂ ਦੀ ਮਰਿਆਦਾ ਵੱਖਰੀ, ਨਿਹੰਗ ਸਿੰਘ ਜਥੇਬੰਦੀਆਂ ਦੀ ਮਰਿਆਦਾ ਵੱਖਰੀ, ਉਹ ਸਾਡੇ ਫਲਾਣੇ ਬਾਬਿਆਂ ਦੀ ਮਰਿਆਦਾ ਵੱਖਰੀ, ਉਹ ਬਾਬਿਆਂ ਦੀ ਮਰਿਆਦਾ ਵੱਖਰੀ। ਜਿੰਨੇ ਬਾਬੇ ਓਨੀਆਂ ਮਰਿਆਦਾਵਾਂ ਵੱਖਰੀਆਂ ਵੱਖਰੀਆਂ। ਕੋਈ ਕਹਿੰਦਾ ਮੂੰਹ ਬੰਨ ਕੇ ਪੜ੍ਹਨਾ ਹੈ, ਕੋਈ ਕਹਿੰਦਾ ਪਜਾਮਾ ਲਾ ਕੇ ਪੜ੍ਹਨੀ ਹੈ, ਧਿਆਨ ਦਿਆ ਜੀ। ਕੋਈ ਕਹਿੰਦਾ ਜਿਹੜੇ ਹਰੇਕ ਰੌਲ ਤੇ ਅਸੀਂ ਅਲੱਗ ਵਸਤਰ ਪਾ ਕੇ ਪੜਾਂਗੇ, ਹਰੇਕ ਰੌਲ ਤੇ ਅਸੀਂ ਕੇਸੀ ਇਸ਼ਨਾਨ ਕਰਕੇ ਪੜਾਂਗੇ। ਸਰੀਰ ਦੀ ਸਫਾਈ ਜ਼ਰੂਰੀ ਹੈ, ਪਰ ਇਹਨੂੰ ਸਟੇਟਸ ਨਹੀਂ ਬਣਾਈਏ ਵੀ ਪਤਾ ਨਹੀਂ ਬਾਣੀ ਫਾਲੀ ਉਦੋਂ ਦਊਗੀ ਜਦੋਂ ਕੇਸੀ ਇਸ਼ਨਾਨ ਕਰਕੇ ਪੜਾਂਗੇ। ਕਮਾਲ ਹੋਊਗੀ, ਦੱਸੋ। ਠੀਕ ਹੈ, ਕੇਸਾਂ ਦੀ ਸੰਭਾਲ ਆਪਾਂ ਕਰਨੀ ਹੈ, ਇਸ਼ਨਾਨ ਕਰਨਾ ਹੈ, ਉਹ ਸਰੀਰ ਦੀ ਸਫਾਈ ਵਾਸਤੇ ਜ਼ਰੂਰੀ ਹੈ। ਬਟ ਅਸੀਂ ਸਟੇਟਸ ਬਣਾ ਲਿਆ, ਜਿਹੜੇ ਕਮਰੇ 'ਚ ਅਸੀਂ ਪਾਠ ਕਰਨਾ ਤੁਸੀਂ ਕਮਰੇ 'ਚ ਨਹੀਂ ਵੜਨਾ, ਅਸੀਂ ਇੱਥੋਂ ਹੀ ਬਸ ਪੜ੍ਹ ਕੇ ਮੰਤਰ ਮਾਰਦੇ। ਕਿਉਂਕਿ ਗੁਰਬਾਣੀ ਦਾ ਗਿਆਨ ਕਿਤੇ ਤੁਹਾਡੇ ਕੰਨਾਂ 'ਚ ਨਾ ਪੈ ਜੇ, ਉਹਨਾਂ ਤੁਹਾਨੂੰ ਅਗਿਆਨੀ ਰੱਖਣਾ ਹੈ। ਧਿਆਨ ਦਿਆ ਜੀ। ਇੱਦਾਂ ਉਹ ਕਹਿੰਦਾ, ਵੀਰ ਕਹਿੰਦਾ ਮੈਂ ਕਨਫਿਊਜ਼ ਹੋ ਗਿਆ, ਕਿੱਦਾਂ ਪਾਠ, ਕਿਹੜੀ ਮਰਿਆਦਾ ਨਾਲ ਪਾਠ ਕਰੀਏ। ਮੈਂ ਕਿਹਾ ਵੀਰ ਜੀ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਅਖੰਡ ਪਾਠ ਦੀ, ਸਹਿਜ ਪਾਠ ਦੀ ਇੱਕੋ ਹੀ ਮਰਿਆਦਾ, ਇੱਕੋ ਹੀ। ਉਹ ਕੀ ਮਰਿਆਦਾ ਹੈ? ਧਿਆਨ ਦਿਆ ਜੀ। ਗ੍ਰੰਥੀ ਸਿੰਘ ਬਾਣੀ ਪੜ੍ਹੇ, ਪਰਿਵਾਰ ਵਾਲੇ ਕੋਲੇ ਬੈਠ ਕੇ ਸੁਣ, ਬਸ ਇੱਕੋ ਹੀ ਮਰਿਆਦਾ ਜੀ। ਆਹ ਮਰਿਆਦਾ ਜੀ ਪਾਠ ਕਰਾਉਣ ਦੀ। ਜੇ ਕਿਸੇ ਨੇ ਹੁਣ ਪਾਠ ਕਰਾਉਣਾ ਨਾ ਆਉਣ ਵਾਲੇ ਸਮੇਂ 'ਚ, ਧਿਆਨ ਦਿਆ ਜੇ, ਜੇ ਤੁਸੀਂ ਕੋਲੇ ਬੈਠ ਕੇ ਸੁਣਦੇ ਨਹੀਂ, ਮਾਫ ਕਰਨਾ, ਪਾਠ ਉਦੋਂ ਕਰਾਓ ਜਦੋਂ ਕੋਲੇ ਬੈਠ ਕੇ ਸੁਣ ਸਕਦੇ ਹੋ। ਸਹਿਜ ਪਾਠ ਕਰਵਾਓ, ਗਿਆਨੀ ਜੀ ਤੁਸੀਂ ਪੜ੍ਹਿਆ ਜੇ, ਅਸੀਂ ਕੋਲੇ ਬੈਠ ਕੇ ਸੁਣਾਂਗੇ। ਤੇ ਨਾਲ ਇਹ ਵੀ ਬੇਨਤੀ ਹੈ ਵੀ ਗ੍ਰੰਥੀ ਸਿੰਘ ਵੀ ਪੂਰੀ ਬਾਣੀ ਪੜ੍ਹ ਕੇ ਸੁਣਾਉਣ। ਇੱਕ ਥਾਂ ਤੇ ਇੱਦਾਂ ਦਾ ਗ੍ਰੰਥੀ ਸਿੰਘ ਮਿਲਿਆ, ਚਲੋ ਆਪ ਜੀ ਦੀ ਨਗਰ ਦੇ ਵਿੱਚ ਇੱਥੇ ਕਿਰਪਾ ਹੈ, ਬੜੇ ਸਿਆਣੇ ਯੋਗ ਗ੍ਰੰਥੀ ਨੇ ਤੁਹਾਡੇ ਕੋਲੇ। ਪਰ ਕਈ ਵਾਰੀ ਨਾ, ਮਾਫ ਕਰਨਾ, ਇੱਕ ਥਾਂ ਤੇ ਇੱਦਾਂ ਦਾ ਗ੍ਰੰਥੀ, ਉਹ ਕਹਿੰਦੇ ਜੀ ਉਹਨੇ ਕਿਤੇ ਸਹਿਜ ਪਾਠ ਰੱਖਿਆ, ਕਹਿੰਦਾ ਜੀ ਮੈਂ ਗਲਤ ਜੇ ਥਾਂ ਤੇ, ਗਲਤ ਜੇ ਘਰੇ ਪਾਠ ਰੱਖ ਲਿਆ। ਮੈਂ ਕਿਹਾ ਵੀ ਕੀ ਕਾਰਨ ਹੋ ਗਿਆ, ਵੀ ਕੀ ਗੱਲ, ਵੀ ਗਲਤ ਘਰੇ ਕਿਉਂ, ਵੀ ਕੀ ਗੱਲ ਮਰਿਆਦਾ ਨਹੀਂ ਰੱਖਦੇ, ਜਾਂ ਕੋਈ ਬੇਅਦਬੀ ਕਰਦੇ ਹੈ, ਜਾਂ ਕੋਈ ਸੇਵਾ ਨਹੀਂ ਕਰਦੇ, ਜਾਂ ਭੇਟਾ ਘੱਟ ਦਿੰਦੇ, ਕੀ ਕਾਰਨ ਆ? ਉਹ ਕਹਿੰਦਾ ਨਹੀਂ ਨਹੀਂ, ਉਸ ਗੱਲੋਂ ਤਾਂ ਠੀਕ ਹੈ ਜੀ, ਮਰਿਆਦਾ ਪੂਰੀ ਹੈ, ਸੇਵਾ ਵੀ ਵਧੀਆ ਕਰਦੇ ਆ, ਸਾਰਾ ਕੁਝ। ਫਿਰ ਕਿਹੜੀ ਗੱਲੋਂ ਗਲਤ ਜੇ ਘਰੇ ਪਾਠ ਕਿਉਂ ਰੱਖ ਲਿਆ? ਉਹ ਕਹਿੰਦਾ ਜੀ ਗਲਤ ਜੇ ਘਰੇ ਇਸ ਕਰਕੇ ਕਿਹਾ, ਕਹਿੰਦੇ ਸਾਰਾ ਟਾਈਮ ਨਾ, ਸਾਰਾ ਦਿਨ ਹੀ ਕਹਿੰਦੇ ਬੈਠੇ ਰਹਿੰਦੇ ਕੋਲੇ, ਕਹਿੰਦੇ ਬਾਬਾ ਜੀ ਬਾਣੀ ਪੜ੍ਹ ਕੇ ਸੁਣਾਓ, ਪੜ੍ਹ ਕੇ ਸੁਣਾਓ, ਬੋਲ ਕੇ ਸੁਣਾਓ ਪਾਠ, ਕਹਿੰਦੇ ਪਾਠ ਨਿਬੜਨ 'ਚ ਹੀ ਨਹੀਂ ਆਉਂਦਾ ਪਿਆ, ਨਿਬੜਦਾ ਹੀ ਨਹੀਂ ਪਿਆ। ਕਿਉਂ? ਉਹ ਉਹਨਾਂ ਦੀ ਗੱਲ ਕਰਦਾ, ਧਿਆਨ ਦਿਆ ਜੀ, ਸਾਰਿਆਂ ਦੀ ਨਹੀਂ। ਸਾਰੇ ਗ੍ਰੰਥੀ ਨਹੀਂ ਐਸੇ ਹੁੰਦੇ, ਵਿਰਲੇ ਚੰਗੇ ਹੁੰਦੇ, ਵਿਰਲੇ ਚੰਗੇ ਹੁੰਦੇ ਆ, ਧਿਆਨ ਦਿਆ ਜੀ। ਪਰ ਬਹੁਤਾਤ ਜਿਨ੍ਹਾਂ, ਉਹਨਾਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਆਦ ਪੜ੍ਹਿਆ, ਅੰਤ ਪੜ੍ਹਿਆ, ਦਿਨ ਚੜ੍ਹਦੇ ਨੂੰ ਸਾਰਾ ਪੜ੍ਹਿਆ, ਵਿੱਚੋਂ ਦਰਸ਼ਨ ਕਰਿਆ, ਕਹਿੰਦੇ ਪਾਪ ਉਹਨੂੰ ਸਾਰਾ ਕਰਾਉਣ ਵਾਲੇ ਨੂੰ ਚੜਿਆ। ਕੋਈ ਗੱਲ ਨਹੀਂ। ਇਸ ਕਰਕੇ ਬੇਨਤੀ ਹੈ, ਇਹ ਅਖੰਡ ਪਾਠ ਦੀ, ਸਹਿਜ ਪਾਠ ਦੀ ਕੋਈ ਮਰਿਆਦਾ ਹੈ। ਗਿਆਨੀ ਜੀ ਤੁਸੀਂ ਪੜ੍ਹੋ ਤੇ ਅਸੀਂ ਪਰਿਵਾਰ ਵਾਲੇ ਕੋਲੇ ਬੈਠ ਕੇ ਸੁਣੀਏ, ਬਸ ਆਹੀ ਮਰਿਆਦਾ। ਬਾਕੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ। ਜਿਸ ਕਮਰੇ ਵਿੱਚ ਆਪਾਂ ਪ੍ਰਕਾਸ਼ ਕਰਨਾ ਹੈ, ਉਹ ਕਮਰਾ ਵਧੀਆ ਸੋਹਣਾ ਹੋਵੇ, ਧਿਆਨ ਦਿਆ ਜੀ। ਉੱਥੇ ਜਿਹੜਾ ਹੈ ਸੋਹਣਾ ਚੰਦੋਆ ਹੋਵੇ, ਸੋਹਣੇ ਰੁਮਾਲੇ ਸਾਹਿਬ ਹੋਣ। ਜਿਸ ਕਮਰੇ ਵਿੱਚ ਪ੍ਰਕਾਸ਼ ਹੋਵੇ ਉਹ ਕਮਰਾ ਸਾਫ਼ ਹੋਵੇ, ਉੱਥੋਂ ਦੀ ਹਵਾ ਸਾਫ਼ ਹੋਵੇ, ਰੋਸ਼ਨੀ ਦਾ ਖਾਸ ਪ੍ਰਬੰਧ ਹੋਵੇ, ਇਹ ਸਾਰਾ ਕੁਛ। ਪਰ ਅਖੰਡ ਪਾਠ ਦੀ, ਸਹਿਜ ਪਾਠ ਦੀ ਸਿਰਫ ਇੱਕੋ ਹੀ ਮਰਿਆਦਾ ਹੈ, ਗ੍ਰੰਥੀ ਸਿੰਘ ਬਾਣੀ ਪੜ੍ਹੇ ਤੇ ਪਰਿਵਾਰ ਵਾਲੇ ਕੋਲੇ ਬੈਠ ਕੇ ਸੁਣ, ਬਸ ਆਹੀ ਮਰਿਆਦਾ ਹੈ। ਜੇ ਇਹ ਮਰਿਆਦਾ ਕਾਇਮ ਨਹੀਂ ਕੀਤੀ, ਤੁਸੀਂ ਹੋਰ ਜੋ ਮਰਜ਼ੀ ਕਰ ਲਓ, ਤੁਹਾਡਾ ਅਖੰਡ ਪਾਠ, ਸਹਿਜ ਪਾਠ ਸਫਲ ਨਹੀਂ। ਧਿਆਨ ਦਿਆ ਜੀ। ਔਰ ਪਾਤਸ਼ਾਹ ਜੀ ਨੇ ਬਾਣੀ ਸੁਣਨ ਦਾ ਫਲ ਲਿਖਿਆ ਹੋਇਆ, ਬਾਣੀ ਪੜ੍ਹਨ ਦਾ ਹੁਕਮ ਕੀਤਾ ਹੈ, ਬਾਣੀ ਨੂੰ ਗਾਉਣ ਦਾ ਹੁਕਮ ਕੀਤਾ ਹੈ। ਧਿਆਨ ਦਿਆ ਜੀ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਇਤਿਹਾਸ ਵਿੱਚੋਂ 2 ਪ੍ਰਮਾਣ ਦੇਣੇ ਆ, ਸਮਾਂ ਬੜਾ ਥੋੜਾ ਰਹਿ ਗਿਆ, ਸੰਖੇਪ ਵਿੱਚ ਹੀ ਬੇਨਤੀ ਕਰਾਂ। 2 ਥਾਵਾਂ ਤੇ ਇਹ ਪ੍ਰਮਾਣ ਮਿਲਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਤੇ ਨਹੀਂ ਕਹਿ ਕੇ ਗਏ ਤੁਸੀਂ ਕੋਤਰੀਆਂ ਕਰਾ ਦਿਆ ਜੇ, ਕਿਤੇ ਨਹੀਂ ਕਹਿ ਕੇ ਗਿਆ ਇੰਨੇ ਅਖੰਡ ਪਾਠ ਕਰਵਾ ਦਿਆ ਜੇ, ਜਾਂ ਫਲਾਨੀ ਥਾਂ ਤੇ ਪਾਠ ਕਰਾਉਣ ਦਾ ਵੱਧ ਫਲ ਹੈ, ਇਹ ਕਿਤੇ ਨਹੀਂ ਹੈਗਾ। ਇਹ ਬਣਾ ਲਿਆ ਨਾ ਜਿਹੜਾ ਬਈ ਫਲਾਨੀ ਜਗ੍ਹਾ ਤੇ, ਜਾਂ ਫਲਾਨੇ ਗੁਰਦੁਆਰਾ ਸਾਹਿਬ, ਜਾਂ ਫਲਾਣੇ ਬਾਬਿਆਂ ਦੇ ਡੇਰਿਆਂ 'ਚ ਉੱਥੇ ਪਾਠ ਕਰਾਉਣ ਦਾ ਵੱਧ ਫਲ ਹੈ। ਕਿਸੇ ਡੇਰੇ ਵਿੱਚ ਜਾਂ ਕਿਸੇ ਗੁਰਦੁਆਰਾ ਸਾਹਿਬ 'ਚ ਜਿਹੜਾ ਹੈ ਅਖੰਡ ਪਾਠ ਕਰਾਉਣ ਦਾ ਕੋਈ ਵੱਧ ਫਲ ਨਹੀਂ। ਵੱਧ ਫਲ ਉਦੋਂ ਹੈ ਜਦੋਂ ਤੁਸੀਂ ਕੋਲੇ ਬੈਠ ਕੇ ਸੁਣ ਲਿਆ। ਬਸ ਜਿੱਥੇ ਸੁਣ ਸਕਦੇ ਹੋ ਤੁਸੀਂ, ਘਰੇ ਬੈਠ ਕੇ ਬਾਣੀ, ਘਰੇ ਪਾਠ ਪ੍ਰਕਾਸ਼ ਕਰ ਲਓ, ਘਰੇ ਬੈਠ ਕੇ ਸੁਣ ਲਓ। ਘਰੇ ਸੁਣਦਾ ਹੀ ਪਾਤਸ਼ਾਹ ਜੀ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਤੇ ਜੇ ਤੁਸੀਂ ਜਿੱਥੇ ਮਰਜ਼ੀ ਪਾਠ ਪ੍ਰਕਾਸ਼ ਕਰਦੇ ਹੋ, ਜੇ ਸੁਣਿਆ ਨਹੀਂ, ਕੋਈ ਲਾਭ ਨਹੀਂ।
इस गल नूं ध्यान दिया जी। जो कोई किसी कोले कोई तुहाडे विच भी कोई विद्वान सज्जण कोई किसी ने बाणी विचों कोई पंक्ति इदां दी पढ़ी होवे जिन्हों कोई नॉलेज होवे कि भाई आ देखो गुरबाणी 'च लिखिया होया गुरु साहब जी कहंदे पाठ कराउण दा कोई फल है, तां मैं भी इस गल दी माफ़ी मंग लूँगा भी मैं गलत कह गया। पर जिथों तक दास ने पढ़िया ध्यान दिया जी, गुरु ग्रंथ साहिब की बाणी अंदर किते पातशाह जी ने नहीं कहा भी पाठ कराउण दा आ फल नहीं। पातशाह जी कहंदे बाणी सुनो, बाणी पढ़ो, बाणी की गल सुन के मनो, विचार करो बाणी की, गुरु की बाणी समझ के पढ़ो। तो गुरु गोबिंद सिंह सच्चे पातशाह जी ने दो थावां ते प्रमाण मिलता है। एक जिस वेले गुरु गोबिंद सिंह सच्चे पातशाह जी जोती जोत समाउण तो पहला नांदेड़ साहब की धरती ते कलगीधर पातशाह जी ने 52 वचन कहे। 52 मतलब 52 वचन हुक्म किए गुरु पातशाह जी ने। उन्हां 52 वचनों के विचों 6वां वचन है, 6th वचन, गुरु पातशाह जी ने कहा सिखो गुरबाणी के अर्थ पढ़िया जे गुरु घर के विद्वानां पासों। आ गुरु गोबिंद सिंह का हुक्म है जी, ध्यान दिया जी। गुरु घर दे विच योग ग्रंथी सिंह विद्वान सज्जन गुरबाणी का ज्ञान रखण वाले चंगे ग्रंथी होण, चंगे विद्वान होण, और गुरु घर दे विच गुरमत की क्लास लगे, संथ्या की क्लास लगे, गुरबाणी नूं असीं पढ़ना शुरू करिए, गुरबाणी के अर्थ पढ़िए, अर्थां समेत गुरु घर विच संथ्या की क्लास लगे। ये गुरु गोबिंद सिंह का हुक्म है कि गुरु घर के विद्वानां पासों गुरबाणी के अर्थ पढ़िया जी, ये गुरु गोबिंद सिंह जी कह के। और एक थां ते होर प्रमाण मिलता है, गुरु गोबिंद सिंह सच्चे पातशाह जी के जो कवि सन, उन्हां कवियां दे विचों सब तो सरमौर कवि भाई नंद लाल सिंह जी, गुरु के बड़े प्यारे सिख ने। गुरमत के अंदर गुरु घर दे विच गुरबाणी का कीर्तन करन तो बाद, गुरबाणी नूं गाउण तो बाद जे किसी दूजी होर रचना नूं गाउण दा हुक्म है तां भाई गुरदास जी दीआं वारां ते भाई नंद लाल सिंह जी दीआं गज़लां नूं गाउण दा हुक्म है। भाई नंद लाल सिंह जी गुरु के बड़े नज़दीकी और बड़े प्यार वाले सिख ने। उन्होंने अपने रहतनामे दे विच वचन लिखे है कि गुरु गोबिंद सिंह सच्चे पातशाह जी इंज कह के गए, जो सिख गुर दर्शन की चाहे दर्शन करे ग्रंथ जी आहे, जो मम साथ चाहे कर बात ग्रंथ जी पढ़े विचारे साथ, मेरा रूप ग्रंथ जी जान इन मैं भेद न रंचक माना। चलो मैं सारी व्याख्या नहीं करता, सिर्फ उन्नी गल गुरु गोबिंद सिंह जी कह के गए कि जिहड़ा सिख मेरे नाल गल्लां करनियां चाहुंदा ना, ग्रंथ जी पढ़े, ध्यान दिया जी, बस इन्नी गल समझिया जी, ग्रंथ जी पढ़े विचारे साथ, विचार सहित गुरु ग्रंथ साहिब की बाणी पढ़िया जी, ये गुरु गोबिंद सिंह जी कह के गए। तो भाव गुरु गोबिंद सिंह जी ने ये कहा कि गुरबाणी के अर्थ पढ़िया जे, गुरबाणी नूं अंडरस्टैंड करके पढ़िया जे, गुरबाणी नूं समझ के पढ़िया जे, तां जो सानू गुरबाणी की सिक्ख्या का पता लगे। तो इदां आपां बाणी पढ़नी है। तो जिहड़े पखंडी तुहानूं आके कहिंदे भी तुसीं तुहानूं कोई लोड़ नहीं बाणी पढ़न दी, तुहाडे नाल ते असीं पाठ कर देंगे, वो एक नंबर के ठग है। ये गल नोट कर लिया। अगे तो कोई भी इदां दा तुहानूं आके कहे बस हुण निशानी ला दो भी ये ठग है पक्का। इसलिए बेनती है इदां मुल दे पाठ कराउण दा ते जां इदां मतलब कि भी कोई गल नहीं तुसीं पढ़ दिओ जी ते पढ़ी सुनी बाणी दा फल सानूं मिल जू, इदां आप बाणी पढ़िए। फिर पातशाह जी कहंदे आप बाणी पढ़ो, जां नहीं पढ़ सकते तो सुनो। सैकंड ऑप्शन ग्रंथी सिंह ने कोई ज्ञानी जी पाठ करो, असीं कोले बैठ के सुणदे, और जां जे तू आप भी पढ़ रहे हैं तो अपनी जबान तो जो तू पढ़ रहे हैं उन्होंने भी तू आप सुण। ये ना हो कि तू पढ़ रहे हैं पर तेनों पता ही नहीं मैं की पढ़दा पिया। गाबीए सुनिए, बोलो ये जपजी साहिब की पंक्ति है, सारी संगत नाल नाल बोलो, आप समाप्ति कर लगे हैं। गाबीए सुनिए मन रखिए भाव, भाव पहला गा, फिर जो गाया जा रहा है उन्होंने अंडरस्टैंड कर, उन्होंने नाल नाल सुन, तेनों पता लगे की कह रहे गुरु पातशाह जी, सुन उन्होंने। और जो सुनिया ना गुरु की गल जो पता लगी है उन्होंने अपने मन च वसा, मन रखिए भाव, उस वचन के प्रति मन में प्यार रख। पातशाह जी कहते जी ये 3 काम करेगा दुख पर हर सुख कर लै जाए। ये सुख लैण का तरीका गुरु पातशाह ने दस्सिया है। इदां आपां सारिआं ने बाणी नाल आप जुड़ना है।